ਜੈ ਬਾਬਾ ਬਾਲਕ ਨਾਥ ਜੀ। ਇੱਕ ਪਿੰਡ ਦੇ ਵਿੱਚ ਇੱਕ ਸੇਠ ਰਹਿੰਦਾ ਸੀ। ਉਸ ਦਾ ਘਰ ਪਿੰਡ ਦੇ ਚੌਰਾਹੇ 'ਤੇ ਸੀ। ਉਹ ਬਾਬਾ ਬਾਲਕ ਨਾਥ ਜੀ ਦੀ ਪੂਜਾ ਕਰਦਾ ਸੀ। ਉਹ ਹਰ ਵੇਲੇ ਹਰ ਐਤਵਾਰ ਬਾਬਾ ਜੀ ਦੀ ਜੋਤ ਵੀ ਜਗਾਉਂਦਾ ਸੀ। ਉਸ 'ਤੇ ਬਾਬਾ ਜੀ ਦੀ ਬਹੁਤ ਕਿਰਪਾ ਸੀ। ਉਹ ਗਰੀਬਾਂ ਅਤੇ ਸਾਧੂਆਂ ਦੀ ਬਹੁਤ ਸੇਵਾ ਕਰਦਾ ਹੁੰਦਾ ਸੀ। ਇੱਕ ਦਿਨ ਉਸ ਰਸਤੇ ਤੋਂ ਇੱਕ ਸਾਧੂ ਜਾ ਰਿਹਾ ਸੀ। ਉਹ ਬਹੁਤ ਗਰੀਬ ਸੀ। ਉਸ ਸੇਠ ਨੇ ਸਾਧੂ ਨੂੰ ਰੋਕ ਲਿਆ ਅਤੇ ਪੁੱਛਿਆ, ਤੂੰ ਕਿੱਧਰ ਜਾ ਰਿਹਾ ਹੈ? ਉਸ ਸਾਧੂ ਨੇ ਕਿਹਾ, ਇਸ ਪਿੰਡ ਤੋਂ ਬਹੁਤ ਦੂਰ ਜੋ ਜੰਗਲ ਹੈ, ਉਸ ਜੰਗਲ ਦੇ ਅੰਦਰ ਮੇਰੀ ਇੱਕ ਝੌਂਪੜੀ ਹੈ। ਮੈਂ ਉਸ ਝੌਂਪੜੀ ਵਿੱਚ ਬਾਬਾ ਜੀ ਦੀ ਕਿਰਪਾ ਦੇ ਨਾਲ ਰਹਿੰਦਾ ਹਾਂ ਅਤੇ ਬਾਬਾ ਬਾਲਕ ਨਾਥ ਜੀ ਦੀ ਪੂਜਾ ਕਰਦਾ ਹਾਂ। ਉਸ ਸੇਠ ਨੇ ਸਾਧੂ ਨੂੰ ਜ਼ਿਆਦਾ ਗਰੀਬ ਦੇਖ ਕੇ ਬਹੁਤ ਸਾਰੇ ਪੈਸੇ ਉਸ ਸਾਧੂ ਨੂੰ ਦੇ ਦਿੱਤੇ ਅਤੇ ਕਿਹਾ, ਹੇ ਬਾਬਾ ਜੀ, ਤੁਸੀਂ ਆਪਣੇ ਵਾਸਤੇ ਰਾਸ਼ਨ ਖਰੀਦ ਲੈਣਾ। ਫਿਰ ਸਾਧੂ ਨੇ ਉਹ ਪੈਸੇ ਹੱਥ ਵਿੱਚ ਪਕੜੇ ਤਾਂ ਜੰਗਲ ਵੱਲ ਚੱਲ ਪਏ। ਅਤੇ ਜਦੋਂ ਸੇਠ ਨੇ ਸਾਧੂ ਨੂੰ ਬਹੁਤ ਸਾਰੇ ਪੈਸੇ ਦਿੱਤੇ ਸਨ ਤਾਂ ਨੇੜੇ ਪਏ ਇੱਕ ਚੋਰ ਨੇ ਦੇਖ ਲਿਆ। ਉਹ ਚੋਰ ਵੀ ਸਾਧੂ ਦੇ ਪਿੱਛੇ ਜਾਣ ਲੱਗਾ। ਸਾਧੂ ਚਲਦੇ ਚਲਦੇ ਆਪਣੀ ਝੌਂਪੜੀ ਜੰਗਲ ਵਿੱਚ ਪਹੁੰਚ ਗਿਆ। ਫਿਰ ਉਹ ਚੋਰ ਵੀ ਉਸ ਸਾਧੂ ਦੇ ਪਿੱਛੇ ਉਸ ਦੀ ਝੌਂਪੜੀ ਤੱਕ ਪਹੁੰਚ ਗਿਆ ਅਤੇ ਝੌਂਪੜੀ ਦੇ ਆਲੇ ਦੁਆਲੇ ਚੱਕਰ ਲਗਾਉਣ ਲੱਗਾ। ਸਾਧੂ ਨੇ ਦੇਖਿਆ ਕਿ ਇਹ ਚੋਰ ਹੈ। ਇਹਨਾਂ ਪੈਸਿਆਂ ਦੀ ਚੋਰੀ ਕਰਨ ਵਾਸਤੇ ਮੇਰੇ ਪਿੱਛੇ ਆਇਆ ਹੈ ਅਤੇ ਇਹ ਪੈਸਾ ਮੈਨੂੰ ਰਾਤ ਵੇਲੇ ਬਾਬਾ ਜੀ ਦੀ ਪੂਜਾ ਕਰਦੇ ਸਮੇਂ ਵਿਘਨ ਪਾਵੇਗਾ। ਮੇਰਾ ਧਿਆਨ ਪੂਜਾ ਵਿੱਚ ਨਹੀਂ ਲੱਗਣ ਦੇਵੇਗਾ। ਮੈਂ ਇਹ ਸਾਰੇ ਪੈਸੇ ਬਾਹਰ ਸਿੱਟ ਦਿੰਦਾ ਹਾਂ ਅਤੇ ਸ਼ਾਂਤੀ ਦੇ ਨਾਲ ਪੂਜਾ ਕਰ ਸਕਾਂਗਾ। ਸਾਧੂ ਨੇ ਉਹ ਸਾਰੇ ਪੈਸੇ ਝੌਂਪੜੀ ਤੋਂ ਬਾਹਰ ਸੁੱਟ ਦਿੱਤੇ। ਆਪ ਪੂਜਾ ਕਰਨ ਲੱਗ ਪਏ। ਚੋਰ ਨੇ ਕੀ ਦੇਖਿਆ ਕਿ ਸਾਧੂ ਨੇ ਬਹੁਤ ਸਾਰੇ ਪੈਸੇ ਬਾਹਰ ਸੁੱਟ ਦਿੱਤੇ ਹਨ। ਉਸ ਨੇ ਸੋਚਿਆ, ਸਾਧੂ ਕੋਲ ਹੋਰ ਵੀ ਬਹੁਤ ਸਾਰਾ ਪੈਸਾ ਹੋਏਗਾ ਅਤੇ ਸੋਨਾ ਚਾਂਦੀ ਵੀ ਹੋਣਗੇ। ਚੋਰ ਨੇ ਉਹ ਪੈਸੇ ਨਹੀਂ ਉਠਾਏ। ਚੋਰ ਝੌਂਪੜੀ ਦੇ ਅੰਦਰ ਹੋਰ ਪੈਸਾ ਚੋਰੀ ਕਰਨ ਵਾਸਤੇ ਅੰਦਰ ਲੱਭਣ ਲੱਗਾ। ਸਾਧੂ ਬਾਬਾ ਬਾਲਕ ਨਾਥ ਜੀ ਦਾ ਧਿਆਨ ਲਗਾ ਕੇ ਸਮਾਧੀ ਲਾ ਕੇ ਬੈਠੇ ਸਨ। ਚੋਰ ਕਦੀ ਝੌਂਪੜੀ ਦੇ ਅੰਦਰ ਅਤੇ ਕਦੀ ਝੌਂਪੜੀ ਤੋਂ ਬਾਹਰ ਆ ਕੇ ਆ ਜਾਂਦਾ। ਉਸ ਚੋਰ ਦੇ ਹੱਥ ਵਿੱਚ ਕੁਝ ਵੀ ਨਹੀਂ ਲੱਗਾ। ਚੋਰ ਵਾਰ-ਵਾਰ ਸੋਚ ਰਿਹਾ ਸੀ ਕਿ ਸਾਧੂ ਦੇ ਕੋਲ ਹੋਰ ਕਿੰਨਾ ਪੈਸਾ ਹੋਏਗਾ ਜੋ ਉਸਨੇ ਇਹ ਸਾਰਾ ਪੈਸਾ ਬਾਹਰ ਸੁੱਟ ਦਿੱਤੇ ਹਨ। ਚੋਰ ਦੇ ਮਨ ਵਿੱਚ ਇਹ ਸਵਾਲ ਵਾਰ-ਵਾਰ ਆ ਰਿਹਾ ਸੀ। ਚੋਰ ਇਹ ਪੁੱਛਣ ਵਾਸਤੇ ਸਾਧੂ ਦੇ ਸਾਹਮਣੇ ਆ ਕੇ ਬੈਠ ਗਿਆ ਅਤੇ ਸਾਧੂ ਨੂੰ ਪੁੱਛਣ ਲੱਗੇ ਕਿ ਤੁਹਾਡੇ ਕੋਲ ਇਹ ਕਿਹੜਾ ਧਨ ਹੈ ਜੋ ਤੁਸੀਂ ਇਹ ਬਹੁਤ ਸਾਰਾ ਪੈਸਾ ਬਾਹਰ ਸੁੱਟ ਦਿੱਤਾ ਹੈ? ਉਸ ਸਾਧੂ ਨੇ ਕਿਹਾ, ਮੇਰੇ ਕੋਲ ਇੱਕ ਐਸਾ ਖਜ਼ਾਨਾ ਹੈ ਜੋ ਤੂੰ ਦੇਖ ਨਹੀਂ ਸਕਦਾ। ਮੇਰੇ ਕੋਲ ਧਿਆਨ ਦਾ ਖਜ਼ਾਨਾ ਹੈ। ਮੈਂ ਬਾਬਾ ਜੀ ਦਾ ਧਿਆਨ ਕਰਦਾ ਹਾਂ। ਮੈਨੂੰ ਇਹ ਦੁਨਿਆਵੀ ਚੀਜ਼ਾਂ ਦੀ ਲੋੜ ਨਹੀਂ ਹੈ। ਉਸ ਚੋਰ ਨੇ ਕਿਹਾ ਕਿ ਬਾਬਾ ਜੀ, ਤੁਸੀਂ ਮੈਨੂੰ ਵੀ ਇਹ ਤਰੀਕਾ ਦੱਸ ਸਕਦੇ ਹੋ? ਮੈਨੂੰ ਧਿਆਨ ਲਗਾਉਣਾ ਨਹੀਂ ਆਉਂਦਾ। ਸਾਧੂ ਨੇ ਕਿਹਾ, ਤੈਨੂੰ ਕੋਈ ਇਕਾਂਤ ਜਗ੍ਹਾ 'ਤੇ ਆਸਣ ਲਗਾਉਣਾ ਪਵੇਗਾ। ਜ਼ਮੀਨ ਦੇ ਉੱਪਰ ਇੱਕ ਕੱਪੜਾ ਵਿਛਾ ਕੇ ਸਮਾਧੀ ਲਗਾਉਣੀ ਪਵੇਗੀ। ਫਿਰ ਬਾਬਾ ਬਾਲਕ ਨਾਥ ਜੀ ਦੇ ਦਰਸ਼ਨ ਕਰਨ ਵਾਸਤੇ ਫਰਿਆਦ ਕਰਨੀ ਹੋਏਗੀ। ਬਾਬਾ ਜੀ ਦੇ ਜਾਪ ਦਾ ਮੰਤਰ ਹੈ, ਪੌਣਾ ਹਰੀ ਦੁੱਧਾ ਧਾਰੀ, ਕਲਾ ਕੁਦਰਤ ਰਹੇ ਤੁਮਾਰੀ, ਮਾਇਆ ਧਾਰੀ, ਛਾਇਆ ਧਾਰੀ, ਤਿਲਕ ਧਾਰੀ,
12 साल ਗਊਆਂ ਚਰਾ ਕੇ ਖਾਵੇ ਅੰਨ ਨਾ ਪੀਵੇ ਪਾਣੀ। ਇਹਨਾਂ ਭੋਲੇ ਭਾਲੇ ਬੱਚਿਆਂ ਦੀ रक्षा कौन करे, अपने भगतां की रक्षा कौन करे। करे बाबा बालकनाथ जी की जय। आज हम गुरु ज्ञान की बात करते हैं। एक गांव में साधु महाराज एक रास्ते से निकल रहे थे। उस रास्ते में एक आदमी मर चुका था। उसके रिश्तेदार, भाई बहन, माँ बाप सब लोग इकट्ठे होकर रो रहे थे और दफनाने की तैयारी कर रहे थे। जब वो साधु महाराज उनके पास से गुजरने लगा तो पूछने लगा, ये व्यक्ति मर गया है कि जिंदा है। लोग हैरान हो गए कि इतने बड़े संत होकर हमसे पूछ रहे हैं मर गया है कि जिंदा है। वहाँ तो माहौल एकदम गंभीर था। वहाँ तो रोने वालों को भी हंसी आ जाए। बाबा ने ऐसा सवाल किया, संत कभी मुर्दे की ओर देखते हैं तो कभी उन खड़े आदमियों की ओर देखते हैं। साधु महाराज ने कहा, ये जिंदा है कि मर चुका है। लोगों ने फिर से कहा कि मर चुका है। साधु ने कहा, इंसान कभी मरता नहीं, इंसान तो हमेशा जिंदा रहता है। आत्मा कभी नहीं मरती, अपना शरीर बदल लेती है। इस दुनिया में तुम कौन हो, कहाँ से आए हो, खाली अपना नाम कमाने के लिए भाग दौड़ कर रहे हो। ये जो शरीर है एक मिट्टी का पुतला है, मिट्टी में चला जाता है। आत्मा तो कभी नहीं मरती, वो हमेशा जिंदा रहती है। ये जो मानव है शरीर दोबारा नहीं मिलता। ये मानव शरीर हमें दोबारा नहीं मिलता। जन्म मिलना, मानव का जन्म मिलना दुर्लभ है। दूसरा है मोक्ष प्राप्त करना और तीसरा है महापुरुषों का संग मिलना। ये तीनों चीज़ मिलना दुर्लभ है। अगर किसी को मिल ही जाएगी उसका तो बेड़ा पार हो गया। जेकर महापुरुषों का संग मिल जाए तो आप सतगुरु दे देते हुए ज्ञान से लगे रहो, श्रद्धा विश्वास के साथ उनकी सेवा करो तो बेड़ा पार हो जाएगा। जैसे कि हमारे महापुरुष जब तक हमारे पास हैं हम उनकी कदर नहीं करते। जब हमसे दूर चले जाते हैं फिर हम उनको याद करते हैं। जैसे कि हमारे मुख में 32 दांत होते हैं, जब उनमें से एक दांत टूट जाता है हमारी जीभ बार बार उस टूटे हुए दांत की जगह पर जाती है। उस तरह हम जो हमारे पास है हम उसकी संभाल नहीं करते। जो हमारे पास नहीं है उनके पीछे भागते हैं। जब हमारे महापुरुष हमारे पास होते हैं हम उनका लाभ नहीं लेते। उनके जाने के बाद उनकी समाधियाँ बनती हैं, मंदिर बनते हैं, चढ़ावे चढ़ते हैं। अच्छा है हम उनके जीते जी उनका लाभ उठा सकें। हम जिनको खोज रहे हैं हम खुद हैं। हम अपने आप को पहचान नहीं रहे। ये शरीर जिस भूमि पर पैदा हुआ है हम उसी को अपना समझकर बैठे हैं। ये कितनी बड़ी भूल है। हमारा असली वतन तो वो है जो हमसे बिछड़ ना सके। जो हमसे बिछड़ जाएगा वो हमारा वतन कैसे हो गया। हम जहाँ इसलिए आए हैं कि हम भलाई के काम करें, बुरे कामों से दूर रहें, इंद्रियों के गुलाम ना बने, बुद्धि से काम लें। हम जहाँ अपने आप से
परमात्मा को खोजें। रहमत का दरिया सतगुरु जी, जो हम हरदम बगदा तेरा। जे एक कतरा बख्शे मैनू, कम बन जावे मेरा। ਸਾਡੇ ਰਹਿਬਰ, ਸਾਡਾ ਪਰਮਾਤਮਾ ਇੱਕ ਦਰਿਆ ਦੀ ਤਰ੍ਹਾਂ ਹੀ ਹੈ। ਸਾਨੂੰ ਜਿੰਨੀ ਵੀ ਮਰਜ਼ੀ ਜ਼ਿਆਦਾ ਪਿਆਸ ਲੱਗੀ ਹੋਵੇ, ਅਸੀਂ ਦਰਿਆ 'ਤੇ ਚਲੇ ਜਾਂਦੇ ਹਾਂ ਤਾਂ ਪਾਣੀ ਪੀ ਕੇ ਸਾਡੀ ਸਾਰੀ ਪਿਆਸ ਬੁੱਝ ਜਾਂਦੀ ਹੈ। ਪਰ ਸਾਨੂੰ ਪਾਣੀ ਪੀਣ ਵਾਸਤੇ ਸਾਨੂੰ ਦਰਿਆ 'ਤੇ ਝੁਕਣਾ ਪਵੇਗਾ ਅਤੇ ਦੋਨੋਂ ਹੱਥ ਜੋੜ ਕੇ ਝੁਕ ਕੇ ਪਾਣੀ ਪੀ ਸਕਦੇ ਹਾਂ। ਉਸੇ ਤਰ੍ਹਾਂ ਹੀ ਸਾਨੂੰ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਝੁਕਣਾ ਪਵੇਗਾ, ਤਾਂ ਹੀ परमात्मा के दर्शन कर सकते हैं। जो उपासना करने वाले दृढ़ बुद्धि वाले लोग हैं, हमें उनका संग करना चाहिए। भावना, श्रद्धा, विश्वास जितना ऊंचा होएगा उतना ही ऊंचा फल आएगा। यदि आप परमात्मा से प्रेम करते हैं तो आपका सब कुछ परमात्मा है। वह तुम्हारा पिता भी है, माँ भी है, वह भाई भी है, बहन भी है, सब कुछ ही है। आप अपने सदगुरु से आशीर्वाद प्राप्त करके परमात्मा का चिंतन करते रहो।